ਦਿੱਲੀ ਤੋਂ ਬਾਅਦ ਹਰਿਆਣਾ ਦੇ ਵਿੱਚ ਵੀ ਪ੍ਰਦੂਸ਼ਣ ਨੇ ਬੰਦ ਕਰਵਾਏ ਸਕੂਲ। ਦਿੱਲੀ ਦੇ ਨਾਲ ਲੱਗਦੇ 4 ਜ਼ਿਲ੍ਹਿਆਂ 'ਚ 17 ਨਵੰਬਰ ਤੱਕ ਬੱਚਿਆਂ ਨੂੰ ਛੁੱਟੀ। ਪਰਾਲੀ ਸਣੇ ਕੂੜਾ ਸੜਨ ਤੇ ਵੀ ਰੋਕ। ਪ੍ਰਧਾਨ ਮੰਤਰੀ ਮੋਦੀ ਦੇ ਕੋਲ ਪੰਜਾਬ ਬੀਜੇਪੀ ਨੇ ਚੁੱਕਿਆ ਕਰਤਾਰਪੁਰ ਲਾਂਘੇ ਦਾ ਮੁੱਦਾ। ਪ੍ਰਕਾਸ਼ ਪੁਰਬ ਤੋਂ ਪਹਿਲਾਂ ਲਾਂਘਾ ਖੋਲਣ ਦੀ ਕੀਤੀ ਅਪੀਲ। ਕਰੋਨਾ ਕਰਕੇ ਪਿਛਲੇ ਸਾਲ ਮਾਰਚ ਤੋਂ ਬੰਦ ਹੈ ਲਾਂਘਾ। ਦੋ 2022 ਦੀਆਂ ਚੋਣਾਂ ਦੇ ਲਈ ਤਿਆਰੀ ਖਿੱਚ ਰਹੀ ਬੀਜੇਪੀ। ਜੇਪੀ ਨੱਡਾ ਦੇ ਨਾਲ ਪੰਜਾਬ ਬੀਜੇਪੀ ਦੇ ਵਫਦ ਨੇ ਕੀਤੀ ਮੁਲਾਕਾਤ। ਚੋਣਾਵੀ ਰਣਨੀਤੀ ਤੇ ਹੋਈ ਚਰਚਾ। ਪੰਜਾਬ ਕਾਂਗਰਸ ਦੇ ਵਿੱਚ ਵਧੀ ਹਲਚਲ। ਪਟਿਆਲਾ ਦੇ ਮੇਅਰ ਸਮੇਤ ਸਾਂਸਦ ਪ੍ਰਨੀਤ ਕੌਰ ਨੇ ਸੀਐਮ ਚੰਨੀ ਨਾਲ ਕੀਤੀ ਮੁਲਾਕਾਤ। ਮੇਅਰ ਨੇ ਕੈਪਟਨ ਦੇ ਨਾਲ ਜਾਣ ਦੇ ਸਵਾਲ ਤੋਂ ਵੱਟਿਆ ਟਾਲਾ। ਕੁਝ ਦਿਨ ਪਹਿਲਾਂ ਕੈਪਟਨ ਦੇ ਹੱਕ ਦੇ ਵਿੱਚ ਲਗਾਏ ਸਨ ਨਾਅਰੇ। ਪੰਜਾਬ ਦੀ ਸਿਆਸਤ ਵਿੱਚ ਪਰਿਵਾਰ ਜ਼ਰੀਏ ਸੋਨੂ ਸੂਦ ਦੀ ਐਂਟਰੀ। ਮੋਗਾ ਤੋਂ ਚੋਣ ਲੜੇਗੀ ਸੋਨੂ ਸੂਦ ਦੀ ਭੈਣ। ਖੁਦ ਚੋਣ ਲੜਨ ਬਾਰੇ ਨਹੀਂ ਖੋਲੇ ਪੱਤੇ। ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਲੈ ਕੇ ਕੈਬਨਿਟ ਮੰਤਰੀ ਰਾਜਕੁਮਾਰ ਵੇਰਕਾ ਦਾ ਵੱਡਾ ਦਾਅਵਾ। ਕਿਹਾ 10 ਚੋਂ 4 ਉਮੀਦਵਾਰ ਤਾਂ ਮਾਰ ਰਹੇ ਨੇ ਕਾਂਗਰਸ ਦੇ ਚੱਕਰ। ਆਮ ਆਦਮੀ ਪਾਰਟੀ ਨੇ ਮੌਜੂਦਾ ਵਿਧਾਇਕਾਂ ਦੇ ਵਿੱਚੋਂ 10 ਨੂੰ ਦੇ ਦਿੱਤੀ ਹੈ ਟਿਕਟ। ਤੇ ਡੀਏਪੀ ਸੰਕਟ ਦੇ ਲਈ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਨੇ ਕੇਂਦਰ ਨੂੰ ਦੱਸਿਆ ਜ਼ਿੰਮੇਵਾਰ। ਨਿਊਜ਼ 18 ਤੇ ਬੋਲੇ ਖਾਦ ਦੀ ਵੰਡ ਨੂੰ ਲੈ ਕੇ ਪੰਜਾਬ ਨਾਲ ਕੀਤਾ ਗਿਆ ਵਿਤਕਰਾ। ਬਾਕੀ ਸੂਬਿਆਂ ਦੇ ਮੁਕਾਬਲੇ ਘੱਟ ਹੋਈ ਸਪਲਾਈ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਇਸ ਬੁਲੇਟਿਨ ਦੇ ਵਿੱਚ ਫਟਾਫਟ ਅੰਦਾਜ਼ ਦੇ ਵਿੱਚ ਅਸੀਂ ਤੁਹਾਨੂੰ ਪੰਜਾਬ ਦੀਆਂ ਖਬਰਾਂ ਦੇ ਨਾਲ ਰੂਬਰੂ ਕਰਵਾਵਾਂਗੇ। ਨਜ਼ਰ ਹਰਿਆਣਾ ਹਿਮਾਚਲ ਦੇ ਨਾਲ ਪੂਰੇ ਦੇਸ਼ ਦੀਆਂ ਅਹਿਮ ਖਬਰਾਂ ਉੱਤੇ ਵੀ ਹੋਏਗੀ। ਪੰਜਾਬ ਬੀਜੇਪੀ ਦੇ ਆਗੂਆਂ ਨੇ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਦੇ ਨਾਲ ਮੁਲਾਕਾਤ ਕੀਤੀ। ਮੀਟਿੰਗ ਦੇ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮੰਥਨ ਕੀਤਾ ਗਿਆ। ਪੰਜਾਬ ਬੀਜੇਪੀ ਨੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਮੁਲਾਕਾਤ ਕਰਕੇ ਕਰਤਾਰਪੁਰ ਲਾਂਘਾ ਖੋਲਣ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨਿਵਾਸ ਤੇ ਹੋਈ ਅਹਿਮ ਬੈਠਕ ਦੇ ਵਿੱਚ ਪੰਜਾਬ ਬੀਜੇਪੀ ਦੇ ਲੀਡਰਾਂ ਨੇ ਪੀਐਮ ਨੂੰ ਅਪੀਲ ਕੀਤੀ ਕਿ ਪ੍ਰਕਾਸ਼ ਪੁਰਬ ਤੋਂ ਪਹਿਲਾਂ ਲਾਂਘਾ ਖੋਲਿਆ ਜਾਵੇ। ਪ੍ਰਧਾਨ ਮੰਤਰੀ ਨੇ ਵੀ ਜਲਦ ਲਾਂਘਾ ਖੋਲਣ ਦਾ ਭਰੋਸਾ ਦਿੱਤਾ ਹੈ। ਕਰੋਨਾ ਕਰਕੇ ਪਿਛਲੇ ਸਾਲ ਮਾਰਚ ਦੇ ਵਿੱਚ ਕਰਤਾਰਪੁਰ ਲਾਂਘਾ ਬੰਦ ਹੋਇਆ ਸੀ। 19 ਨਵੰਬਰ ਨੂੰ ਪਹਿਲੀ ਪਾਤਸ਼ਾਹੀ ਦਾ ਪ੍ਰਕਾਸ਼ ਪੁਰਬ ਹੈ। ਲਾਂਘਾ ਨਾ ਖੁੱਲਣ ਕਰਕੇ ਇਸ ਵਾਰ ਅਟਾਰੀ ਜ਼ਰੀਏ ਸ਼ਰਧਾਲੂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਲਈ ਪਾਕਿਸਤਾਨ ਜਾਣਗੇ। ਲਾਂਘਾ ਖੋਲਣ ਦੀ ਮੰਗ ਨੂੰ ਲੈ ਕੇ ਪੰਜਾਬ ਬੀਜੇਪੀ ਦਾ ਵਫਦ ਰਾਸ਼ਟਰਪਤੀ ਦੇ ਨਾਲ ਵੀ ਮੁਲਾਕਾਤ ਕਰੇਗਾ। 16 ਨਵੰਬਰ ਨੂੰ तमाम ਲੀਡਰ ਰਾਸ਼ਟਰਪਤੀ ਨੂੰ ਵੀ ਮੰਗ ਪੱਤਰ ਸੌਂਪਣਗੇ। ਪਟਿਆਲਾ ਤੋਂ ਸਾਂਸਦ ਪ੍ਰਨੀਤ ਕੌਰ ਨੇ ਮੁੱਖ ਮੰਤਰੀ ਚੰਨੀ ਦੇ ਨਾਲ ਮੁਲਾਕਾਤ ਕੀਤੀ। ਦੋਵਾਂ ਦੇ ਵਿਚਾਲੇ ਚੰਡੀਗੜ੍ਹ ਦੇ ਵਿੱਚ ਸੀਐਮ ਰਿਹਾਇਸ਼ ਤੇ ਮੀਟਿੰਗ ਹੋਈ, ਜਿਸ ਦੇ ਵਿੱਚ ਪਟਿਆਲਾ ਦੇ ਮੇਅਰ ਵੀ ਮੌਜੂਦ ਰਹੇ। ਕੈਪਟਨ ਅਮਰਿੰਦਰ ਸਿੰਘ ਵੀ ਸਰਗਰਮ ਨਜ਼ਰ ਆ ਰਹੇ ਨੇ। ਨਵੀਂ ਪਾਰਟੀ ਦੇ ਐਲਾਨ ਤੋਂ ਬਾਅਦ ਸਿਸਵਾ ਫਾਰਮ ਹਾਊਸ ਦੇ ਵਿੱਚ ਕੈਪਟਨ ਦੇ ਵੱਲੋਂ ਮੀਟਿੰਗਾਂ ਦਾ ਦੌਰ ਜਾਰੀ ਹੈ। ਪਟਿਆਲਾ ਦੇ ਮੇਅਰ ਅਤੇ ਕਈ ਕਾਉਂਸਲਰਾਂ ਦੇ ਨਾਲ ਉਹਨਾਂ ਨੇ ਬੈਠਕ ਕੀਤੀ। ਕੌਮੀ ਐਸਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸੰਪਲਾ ਨੇ ਮੁੱਖ ਮੰਤਰੀ ਚੰਨੀ ਦੇ ਨਾਲ ਮੁਲਾਕਾਤ ਕੀਤੀ ਤੇ ਆਪਣੇ ਬੇਟੇ ਦੇ ਵਿਆਹ ਦੇ ਲਈ ਸੱਦਾ ਦਿੱਤਾ। ਸੀਐਮ ਨੂੰ ਸੱਦਾ ਦੇਣ ਦੇ ਲਈ ਵਿਜੇ ਸੰਪਲਾ ਖੁਦ ਮੁੱਖ ਮੰਤਰੀ ਦੇ ਘਰ ਪਹੁੰਚੇ ਸਨ। ਪੰਜਾਬ ਦੀ ਸਿਆਸਤ ਦੇ ਵਿੱਚ ਪਰਿਵਾਰ ਜ਼ਰੀਏ ਸੋਨੂ ਸੂਦ ਦੀ ਐਂਟਰੀ ਹੋਣ ਜਾ ਰਹੀ ਹੈ। ਸੋਨੂ ਸੂਦ ਦੀ ਭੈਣ ਮਾਲਵਿਕਾ ਸੂਦ ਮੋਗਾ ਤੋਂ ਚੋਣ ਲੜਨਗੇ। ਖੁਦ ਸੋਨੂ ਸੂਦ ਨੇ ਐਲਾਨ ਕੀਤਾ ਹੈ। ਹਾਲਾਂਕਿ ਕਿਸੇ ਪਾਰਟੀ ਦੇ ਨਾਲ ਜੁੜਨ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ। ਸੋਨੂ ਸੂਦ ਨੇ ਖੁਦ ਚੋਣ ਲੜਨ ਬਾਰੇ ਫਿਲਹਾਲ ਪੱਤੇ ਨਹੀਂ ਖੋਲੇ ਨੇ। ਉਹਨਾਂ ਕਿਹਾ ਕਿ ਸਾਡਾ ਮਕਸਦ ਲੋਕਾਂ ਦੀ ਸੇਵਾ ਕਰਨਾ ਹੈ ਅਤੇ ਇਸੇ ਸੋਚ ਦੇ ਨਾਲ ਅਸੀਂ ਅੱਗੇ ਵਧ ਰਹੇ ਹਾਂ। ਮੁੱਖ ਮੰਤਰੀ ਚੰਨੀ ਅਤੇ ਕੇਜਰੀਵਾਲ ਦੇ ਨਾਲ ਹੋਈਆਂ ਮੁਲਾਕਾਤਾਂ ਬਾਰੇ ਜਦੋਂ ਸੋਨੂ ਸੂਦ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਦੋਵਾਂ ਦੀ ਤਾਰੀਫ ਹੀ ਕਰਦੇ ਨਜ਼ਰ ਆਏ। ਕੈਬਨਿਟ ਮੰਤਰੀ ਰਾਜਕੁਮਾਰ ਵੇਰਕਾ ਨੇ ਦਾਅਵਾ ਕੀਤਾ ਕਿ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਉਮੀਦਵਾਰ ਬੇਤਾਬ ਨੇ ਤੇ ਆਮ ਆਦਮੀ ਪਾਰਟੀ ਦੇ 10 ਦੇ ਵਿੱਚੋਂ 4 ਉਮੀਦਵਾਰ ਕਾਂਗਰਸ ਦੇ ਵਿੱਚ ਆਉਣਾ ਚਾਹੁੰਦੇ ਨੇ। ਦਾਅਵਾ ਕੀਤਾ ਗਿਆ ਵੇਰਕਾ ਦੇ ਵੱਲੋਂ ਆਮ ਆਦਮੀ ਪਾਰਟੀ ਨੇ ਆਪਣੇ ਮੌਜੂਦਾ 10 ਵਿਧਾਇਕਾਂ ਨੂੰ ਟਿਕਟ ਦਿੱਤੀ ਹੈ। ਉਧਰ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸੰਧਵਾ ਨੇ ਵੇਰਕਾ ਦੇ ਬਿਆਨ ਤੇ ਪਲਟਵਾਰ ਕੀਤਾ ਤੇ ਕਿਹਾ ਕਿ ਆਮ ਆਦਮੀ ਪਾਰਟੀ 'ਚ ਆਉਣ ਦੇ ਲਈ ਕਾਂਗਰਸ ਦੇ ਕਈ ਅਹੁਦੇਦਾਰ ਸੰਪਰਕ ਦੇ ਵਿੱਚ ਨੇ।
ਸੁਖਬੀਰ ਬਾਦਲ ਨੇ ਲੁਧਿਆਣਾ ਦੇ ਗਿੱਲ ਹਲਕੇ ਦੇ ਵਿੱਚ ਚੋਣ ਰੈਲੀ ਕੀਤੀ ਤੇ ਕਾਂਗਰਸ ਵਿਧਾਇਕ ਕੁਲਦੀਪ ਵੈਦ ਤੇ ਠੱਗੀਆਂ ਮਾਰਨ ਦੇ ਇਲਜ਼ਾਮ ਲਗਾਏ ਤੇ ਕਿਹਾ ਕਿ ਅਕਾਲੀ ਸਰਕਾਰ ਆਉਣ ਤੇ ਸਾਰੀਆਂ ਠੱਗੀਆਂ ਦਾ ਹਿਸਾਬ ਲਿਆ ਜਾਵੇਗਾ ਅਤੇ ਉਹ ਇੱਕ ਦਿਨ ਵੀ ਜੇਲ੍ਹ ਤੋਂ ਬਾਹਰ ਨਹੀਂ ਰਹਿਣਗੇ। ਵਧ ਰਹੇ ਪ੍ਰਦੂਸ਼ਣ ਨੂੰ ਲੈ ਕੇ ਹਰਿਆਣਾ ਸਰਕਾਰ ਨੇ 4 ਜ਼ਿਲ੍ਹਿਆਂ ਦੇ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਨੇ। 15 ਤੋਂ 17 ਨਵੰਬਰ ਤੱਕ ਗੁਰੂਗ੍ਰਾਮ, ਫਰੀਦਾਬਾਦ, ਸੋਨੀਪਤ ਤੇ ਝੱਜਰ ਦੇ ਸਕੂਲ ਬੰਦ ਰਹਿਣਗੇ। ਲੁਧਿਆਣਾ ਦੇ ਵਿੱਚ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਆਪਣੀ ਸਰਕਾਰ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਕਾਂਗਰਸ ਸਰਕਾਰ ਨੇ ਲੋਕਾਂ ਦੇ ਨਾਲ ਕੀਤੇ ਆਪਣੇ ਸਾਰੇ ਵਾਅਦੇ ਪੂਰੇ ਕਰ ਦਿੱਤੇ। ਰਾਜਾ ਵੜਿੰਗ ਲੁਧਿਆਣਾ ਦੇ ਵਿੱਚ ਹੋਏ ਇੱਕ ਨਿੱਜੀ ਸਮਾਗਮ ਦੇ ਵਿੱਚ ਪਹੁੰਚੇ ਜਿੱਥੇ ਉਹਨਾਂ ਸਟੇਜ ਤੇ ਚੜ੍ਹ ਕੇ ਭੰਗੜਾ ਵੀ ਪਾਇਆ। ਅਬੋਹਰ ਦੇ ਵਿੱਚ ਤੀਜੀ ਮੈਰਾਥਨ ਦੌੜ ਕਰਵਾਈ ਗਈ। ਇਸ ਮੌਕੇ ਖੇਡ ਮੰਤਰੀ ਪ੍ਰਗਟ ਸਿੰਘ ਵੀ ਪਹੁੰਚੇ ਤੇ ਹਰੀ ਝੰਡੀ ਦਿਖਾ ਕੇ ਦੌੜ ਨੂੰ ਰਵਾਨਾ ਕੀਤਾ ਗਿਆ। ਚਰਖੀ ਦਾਦਰੀ ਦੇ ਵਿੱਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਸੂਬਾ ਸਰਕਾਰ ਤੇ ਸ਼ਬਦੀ ਵਾਰ ਕੀਤਾ ਤੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਤੇ ਅਤਿਆਚਾਰ ਕਰ ਰਹੀ ਹੈ ਤੇ ਸਰਕਾਰ ਨੂੰ ਕਿਸਾਨਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਹਰਿਆਣਾ ਕਾਂਗਰਸ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਸੂਬਾ ਸਰਕਾਰ ਦੇ ਉੱਤੇ ਨਿਸ਼ਾਨੇ ਸਾਧੇ ਅਤੇ ਕਿਹਾ ਕਿ ਬੀਜੇਪੀ ਨੇ ਹਰਿਆਣਾ ਦੇ ਵਿੱਚ ਚੰਗੇ ਦਿਨ ਲਿਆਉਣ ਦਾ ਵਾਅਦਾ ਕੀਤਾ ਸੀ ਪਰ ਲੋਕ ਵੇਖ ਚੁੱਕੇ ਨੇ ਕਿ ਕਿੰਨੇ ਕੁ ਚੰਗੇ ਦਿਨ ਆਏ ਨੇ। ਕੁਮਾਰੀ ਸ਼ੈਲਜਾ ਇੱਕ ਸ਼ੋਕ ਸਭਾ ਦੇ ਵਿੱਚ ਸ਼ਾਮਲ ਹੋਣ ਦੇ ਲਈ ਸੋਨੀਪਤ ਪਹੁੰਚੀ। ਮੁਕਤਸਰ ਸਾਹਿਬ ਖਾਦ ਦੀ ਵੰਡ ਨੂੰ ਲੈ ਕੇ ਹੰਗਾਮਾ ਹੋ ਗਿਆ। ਕਿਸਾਨਾਂ ਨੇ ਪੁਲਿਸ ਕਰਮਚਾਰੀਆਂ ਤੇ ਪੈਸੇ ਲੈ ਕੇ ਖਾਦ ਵੰਡਣ ਦੇ ਇਲਜ਼ਾਮ ਲਗਾਏ। ਹਾਲਾਂਕਿ ਪੁਲਿਸ ਨੇ ਇਲਜ਼ਾਮਾਂ ਨੂੰ ਰੱਦ ਕਰ ਦਿੱਤਾ। ਫਤਿਹਾਬਾਦ ਦੇ ਵਿੱਚ ਪਰਾਲੀ ਸਾੜਨ ਦੇ ਮਾਮਲੇ ਨੂੰ ਲੈ ਕੇ ਡਿਪਟੀ ਕਮਿਸ਼ਨਰ ਨੇ ਖੁਦ ਮੋਰਚਾ ਸਾਂਭਿਆ ਤੇ ਖੇਤਾਂ ਦੇ ਵਿੱਚ ਲੱਗੀ ਪਰਾਲੀ ਦੀ ਅੱਗ ਨੂੰ ਬੁਝਾਇਆ। ਇਸ ਮੌਕੇ ਫਾਇਰ ਬ੍ਰਿਗੇਡ ਨੂੰ ਵੀ ਸੱਦ ਕੇ ਅੱਗ ਦੇ ਉੱਤੇ ਕਾਬੂ ਪਾਇਆ ਗਿਆ। ਹੁਸ਼ਿਆਰਪੁਰ ਪੁਲਿਸ ਨੇ ਕਤਲ ਦੇ ਮਾਮਲੇ ਦੇ ਵਿੱਚ 2 ਦੋਸਤਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਤੇ ਆਪਣੀ ਦੋਸਤ ਦਾ ਕਤਲ ਕਰਨ ਦਾ ਇਲਜ਼ਾਮ ਹੈ। ਦੱਸਿਆ ਜਾ ਰਿਹਾ ਕਿ ਪੁਰਾਣੀ ਰੰਜਿਸ਼ ਕਾਰਨ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਬਿਲਾਸਪੁਰ ਦੇ ਸਵਾਰਘਾਟ ਨੇੜੇ ਸੀਮੈਂਟ ਦੇ ਨਾਲ ਭਰਿਆ ਇੱਕ ਟਰੱਕ ਖੱਡ ਦੇ ਵਿੱਚ ਪਲਟ ਗਿਆ ਜਿਸ ਕਾਰਨ 2 ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਫਰੀਦਾਬਾਦ ਦੇ ਸੈਕਟਰ 70 ਦੇ ਵਿੱਚ ਇੱਕ ਬਹੁਮੰਜ਼ਿਲਾ ਇਮਾਰਤ ਦੇ ਵਿੱਚ ਅੱਗ ਲੱਗ ਗਈ ਤੇ ਕਈ ਫਲੈਟ ਲਪੇਟ ਦੇ ਵਿੱਚ ਆ ਗਏ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਨੂੰ ਦੱਸਿਆ ਜਾ ਰਿਹਾ ਹੈ। ਫਤਿਹਾਬਾਦ ਦੇ ਪਿੰਡ ਬੀਗੜ ਦੇ ਵਿੱਚ ਕੁਝ ਲੋਕਾਂ ਨੇ ਘਰ ਦੇ ਵਿੱਚ ਵੜ ਕੇ ਹਵਾਈ ਫਾਇਰਿੰਗ ਤੇ ਤਲਵਾਰਾਂ ਦੇ ਨਾਲ ਹਮਲਾ ਕੀਤਾ। ਘਟਨਾ ਦੇ ਵਿੱਚ 5 ਤੋਂ 6 ਲੋਕ ਜ਼ਖਮੀ ਹੋਏ ਨੇ। ਫਿਲਹਾਲ ਪੁਲਿਸ ਨੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ। ਸਮਰਾਲਾ ਪੁਲਿਸ ਨੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਕੋਲੋਂ 3 ਪਿਸਤੌਲਾਂ, 30 ਜ਼ਿੰਦਾ ਕਾਰਤੂਸ ਅਤੇ 5 ਮੈਗਜ਼ੀਨਾਂ ਬਰਾਮਦ ਕੀਤੀਆਂ ਗਈਆਂ ਨੇ। ਮੁਲਜ਼ਮਾਂ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ। ਪੰਚਕੂਲਾ ਦੇ ਸੈਕਟਰ 12 ਦੇ ਵਿੱਚ ਚੋਰਾਂ ਨੇ ਘਰ ਦੇ ਬਾਹਰ ਖੜੀ ਇੱਕ ਇਨੋਵਾ ਕਾਰ ਨੂੰ ਚੋਰੀ ਕਰ ਲਿਆ। ਕੁਝ ਹੀ ਮਿੰਟਾਂ ਦੇ ਵਿੱਚ ਚੋਰ ਕਾਰ ਚੋਰੀ ਕਰਕੇ ਫਰਾਰ ਹੋ ਗਏ। ਪੂਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਚੰਡੀਗੜ੍ਹ ਦੇ ਸੈਕਟਰ 21 ਨਰਸਿੰਗ ਹੋਮ ਦੇ ਬਾਹਰੋਂ ਇੱਕ ਚੋਰ ਕਾਰ ਦਾ ਸ਼ੀਸ਼ਾ ਤੋੜ ਕੇ ਪਰਸ ਚੋਰੀ ਕਰਕੇ ਫਰਾਰ ਹੋ ਗਏ। ਘਟਨਾ ਸੀਸੀਟੀਵੀ ਵਿੱਚ ਕੈਦ ਹੋਈ। ਰੇਵਾੜੀ ਦੇ ਸੈਕਟਰ 5 ਦੇ ਵਿੱਚ ਬਣੇ ਇੱਕ ਸ਼ਾਪਿੰਗ ਕੰਪਲੈਕਸ ਦੇ ਵਪਾਰੀ ਪਰੇਸ਼ਾਨ ਨੇ। ਵਪਾਰੀਆਂ ਨੇ ਇਲਜ਼ਾਮ ਲਗਾਇਆ ਕਿ ਸ਼ਾਪਿੰਗ ਕੰਪਲੈਕਸ 'ਚ ਨਾ ਤਾਂ ਸਫਾਈ ਦਾ ਪ੍ਰਬੰਧ ਹੈ ਤੇ ਨਾ ਹੀ ਸੀਵਰੇਜ ਦਾ। ਮਲੋਟ ਦੇ ਵਿੱਚ ਪੁਲਿਸ ਨੇ ਨੋ ਚਲਾਨ ਡੇ ਮਨਾਇਆ ਤੇ ਟ੍ਰੈਫਿਕ ਪੁਲਿਸ ਦੇ ਵੱਲੋਂ ਵਿਸ਼ੇਸ਼ ਸੈਮੀਨਾਰ ਲਗਾਇਆ ਗਿਆ। ਇਸ ਮੌਕੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਾਲੇ ਲੋਕਾਂ ਨੂੰ ਫੁੱਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਪਠਾਨਕੋਟ ਦੇ ਵਿੱਚ ਯੂਥ ਕਾਂਗਰਸ ਦੇ ਵੱਲੋਂ ਚਲਾਨ ਡੇ ਮਨਾਇਆ ਗਿਆ। ਲੋਕਾਂ ਨੂੰ ਪੰਫਲੇਟ ਵੰਡ ਕੇ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ। ਉਧਰ ਹਰਿਆਣਾ ਦੇ ਨੂਹ ਜ਼ਿਲ੍ਹੇ ਦੇ ਵਿੱਚ ਸਿਹਤ ਵਿਭਾਗ ਨੇ 100% ਦੀ ਟੀਕਾਕਰਨ ਨੂੰ ਲੈ ਕੇ ਤਿਆਰੀ ਕੀਤੀ ਹੈ। ਵਿਭਾਗ ਨੇ ਆਸ਼ਾ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਤੇ ਟੀਕਾਕਰਨ ਮੁਹਿੰਮ ਚਲਾਉਣ ਦੇ ਲਈ ਜੋਸ਼ ਭਰਿਆ। ਸੋਨੀਪਤ ਦੇ ਪਿੰਡ ਮਹਿਲਾਣਾ ਦੇ ਵਿੱਚ ਕਬੱਡੀ ਖਿਡਾਰੀ ਸੰਦੀਪ ਸਿੰਘ ਦਾ ਸਵਾਗਤ ਕੀਤਾ ਗਿਆ। ਸੰਦੀਪ ਸਿੰਘ ਅਰਜਨ ਅਵਾਰਡ ਮਿਲਣ ਤੋਂ ਬਾਅਦ ਆਪਣੇ ਸਹੁਰੇ ਪਹੁੰਚੇ ਸਨ। ਭਗਤ ਨਾਮਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ। ਤਖਤ ਸ੍ਰੀ ਦਮਦਮਾ ਸਾਹਿਬ ਦੇ ਵਿੱਚ ਗੁਰਮਤਿ ਸਮਾਗਮ ਕਰਵਾਇਆ ਗਿਆ ਤੇ ਰਾਗੀ ਜਥੇ ਨੇ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਜਥੇਦਾਰ ਹਰਪ੍ਰੀਤ ਸਿੰਘ ਨੇ ਸੰਗਤ ਨੂੰ ਵਧਾਈ ਵੀ ਦਿੱਤੀ।
ਹੁਣ ਅੱਗੇ ਵਧਦੇ ਹਾਂ ਖਬਰਾਂ ਵਿਸਤਾਰ ਦੇ ਨਾਲ ਦੇਖਾਂਗੇ। ਗੱਲ ਹੋਵੇਗੀ ਡੀਏਪੀ ਦੀ, ਡੀਏਪੀ ਖਾਦ ਦੀ, ਜਿਸ ਦੀ ਕਮੀ ਹੈ, ਕਿੱਲਤ ਹੈ ਤੇ ਲੋਕ ਜਾਂ ਕਹੀਏ ਕਿ ਕਿਸਾਨ ਸਭ ਤੋਂ ਵੱਧ ਇਸ ਸਮੇਂ ਪਰੇਸ਼ਾਨ ਹੋ ਰਹੇ ਨੇ। ਤੇ ਖਬਰ ਹੈ ਮੁਕਤਸਰ ਤੋਂ। ਮੁਕਤਸਰ ਦੇ ਵਿੱਚ ਖਾਦ ਕੇਂਦਰ ਦੇ ਬਾਹਰ ਜ਼ਬਰਦਸਤ ਹੰਗਾਮਾ ਹੋ ਗਿਆ। ਕਈ ਘੰਟਿਆਂ ਬਾਅਦ ਕਿਸਾਨਾਂ ਨੇ ਫਿਰ ਆਪਣਾ ਧਰਨਾ ਖਤਮ ਕੀਤਾ। ਮੌਕੇ ਦੇ ਉੱਤੇ ਡੀਐਸਪੀ ਵੀ ਪਹੁੰਚੇ, ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗਈ, ਸਮਝਾਇਆ ਗਿਆ ਤੇ ਉਸ ਤੋਂ ਬਾਅਦ ਫਿਰ ਇਹ ਧਰਨਾ ਖਤਮ ਕਰਵਾਇਆ ਗਿਆ। ਦਰਅਸਲ ਕਿਸਾਨਾਂ ਦੇ ਇਲਜ਼ਾਮ ਨੇ ਕਿ ਪੁਲਿਸ ਪੈਸੇ ਲੈके खाद वंड रही है, कि एक तरीके ना रिश्वत के इल्जाम ने कि रिश्वत लैके खाद वंडी जा रही है। जिसने रिश्वत दे दी उसनू खाद का गट्टा मिल गया, जिसने नहीं पैसे दिते उसनू नहीं मिले। किसानों के इल्जाम ने ते खाद वंडण के इल्जाम पुलिस के उत्ते लगाए पैसे देके ते उस तो बाद जबरदस्त उत्थे हंगामा होया, धरना लगा दिता गया। किसानों के वल्लों बहुत बड़ी गिणती दे विच किसान पहुंचे हुए सन। खैर उत्थे फिर वड्डे अधिकारी पहुंचे, डीएसपी भी पहुंचे, उन्होंने वल्लों किसानों के नाल गलबात की गई ते पूरे मामले नू सॉर्ट आउट करवाया गया। पुलिस ने हालांकि पैसे लैके खाद वंडण वाले इल्जाम सिरे तो नकार दिते ने। रुख करते हैं मुक्तसर तो साडे सहयोगी अशफाक डूडी इस समय साडे नाल जुड़ रहे हैं। अशफाक, जानना चाहांगे कि कुछ तुहाडे कोल जानकारी इस समय की स्थिति की है कि किसान जा चुके ने घर, उन्होंने की भरोसा पुलिस के वल्लों मिलिया है, जां डीएसपी पहुंचे सी उन्होंने वल्लों की मिलिया? जी बिल्कुल गौरव, जिस तरह के अज शाम को हंगामा होया कि पुलिस मुलाजम के उपर पैसे लैके खाद विकवाउण दे इल्जाम लगे सन कि पैसे लै लैंदा है। दूसरे जो किसान ने बाहरों बाहर अंदरों पर्चियां लिया के बाहरों पर्चियां दी खाद चुकवा दिंदा। लेकिन जिहड़े मौके ते पहुंचे सी डीएसपी अमरजीत सिंह सिद्धू, उन्हों का यही कहना सी कि इस तरह का भी कोई मामला उन्हों के ध्यान च नहीं आया है कि कोई मुलाजम होवे ते वो इस तरह का काम कर रहा होवे। लेकिन जिहड़ा उन्हों का यह भी कहना सी कि जिहड़े अधिकारियों का इफको केंद्र के अधिकारी सन, कृषि खेतीबाड़ी विभाग के उत्थे अधिकारी मौजूद सन, उन्होंने रिकॉर्ड नाल मैचिंग की गई तो उन्होंने रिकॉर्ड पूरी तरह दुरुस्त पाया गया। लेकिन हुण जो समा रात का समा हो चुका, 7:30 तो उपर का समा हो चुका, किसानों ने उन्होंने यही भरोसा दिता गया है कि जिस तरह का एक सीरीयल नंबर अज खत्म किया गया, 222 नंबर उस लिस्ट का सीगा लास्ट नंबर, भी अज 222 किसानों को खाद दे दी गई है। तो कल सवेरे 223 नंबर तो ही खाद शुरू की जाएगी। लिस्ट दे विच बकायदा किसानों के नाम लिखे गए ने। उस लिस्ट नू इसको केंद्र के बाहर चिपका दिता गया कि जो किसानों को किसी तरह की भी कोई परेशानी का सामना न करना पवे। जी गौरव, मतलब यह है कि सवेरे खाद मिलेगी? जी बिल्कुल दिते गए ने। स्थिति समझाओ इस समय कि किसान उथों चले गए, जिहड़े पैसे देने वाले इल्जाम सी क्यों लगाए गए पुलिस दे उत्ते, किहड़े उत्थे अधिकारी सी जिहड़े पैसे लैके जिहड़े खाद दे रहे सी जो किसानों ने इल्जाम लगाए? जी बिल्कुल गौरव, हुण स्थिति एक बार कंट्रोल च है, किसान अपने घरों वापस जा रहे हैं तो उधर ही अधिकारियों का भी यही कहना भी किसी तरह की भी कोई हेरा फेरी या कपलेबाजी या किसी के ऊपर इस तरह के सामने नहीं आएगी। लेकिन किसानों के वलों जो इल्जाम लगाए गए थे कि एक मुलाजम के उपर जो पैसे लैके पर्चियां वंड रहा सी, जो बाहरों किसानों दी पर्चियां अंदरों पर्चियां लैके दफ्तर के विचों दुध दूसरे पासे खा चुका रहा सी। लेकिन इस तरह का पुलिस के वलों सिरे तो नकार दिता गया। लेकिन उस अधिकारियों के वलों भी उस मुलाजम की बचा किया नजर आ रहा सी। लेकिन सामने पुलिस वलों इस ते पुष्टि बिल्कुल नहीं की गई सी भी वो मुलाजम कौन सी ते कित्थे है। चलो शुक्रिया, धन्यवाद साडे नाल जुड़न दे लई, इस पूरी गलबात दे लई। तां अशफाक डूडी साडे सहयोगी सानूं पूरी जानकारी दे रहे सन। ते तुहानूं दस दईए कि किसानां ने पुलिस दे उत्ते इल्जाम लगाए सन, पुलिस ते इल्जाम लगाए कि पैसे लैके खाद दे रहे ने। मतलब यह कि खाद का रेट तो अलग है तो उस तो बाद जिहड़े पैसे लैके जिन्होंने पैसे दे दिते फिर उन्होंने एक बैकडोर एंट्री होंदी है, जिवें किसी सिनेमा हॉल के बाहर कोई टिकटां ब्लैक होंदियां ने, इस तरीके के इल्जाम सी। खैर पुलिस इल्जामां नूं नकार रही है कि ऐसा कुछ नहीं होया। इत्थे किसान कह रहे ने होया, बवाल होया, उत्थे हंगामा होया, धरना लगा दिता किसानों ने। फिर वड्डे अधिकारी पहुंचे, टोकन सिस्टम वाली गल सामने आ रही है कि 222 नंबर तक शायद पर्ची हो गई है तो हुण कल नूं अगे जिहड़ा खाद की वंड की जाएगी। डीएपी की किल्लत लाजमी तौर पर इस समय दिक्कत जरूर खड़ी कर रही है। डीएपी का असीं जिक्र कर रहे हैं, डीएपी का संकट अजे भी बरकरार है। किसानों को खाद के लिए खज्जल खुआर होना पै रहा है। खरीद केंद्रों के बाहर 10-10 दिनों तो कतारां दे विच लगण तो बाद भी किसानों को खाद नहीं मिल रही। रिपोर्ट देखो। डीएपी नूं लैके पंजाब दे विच संकट बरकरार है। खाद केंद्रों के बाहर मारामारी है, दूर दूर तक लाइनां लगियां हुई ने, किसान परेशान ने, पर इस परेशानी का हल किसी कोल नहीं है। दरअसल झोने की वाढी तो बाद कणक की बिजाई के लिए डीएपी खाद की सब तो ज्यादा जरूरत पैंदी है।
ਜਦੋਂ ਤੱਕ ਖਾਦ ਨਹੀਂ ਮਿਲੇਗੀ ਤਾਂ ਬਿਜਾਈ ਨਹੀਂ ਹੋ ਸਕਦੀ। ਡੀਏਪੀ ਖਾਦ ਦੀ ਕਿੰਨੀ ਕਿੱਲਤ ਹੈ, ਉਸ ਦਾ ਅੰਦਾਜ਼ਾ ਮੁਕਤਸਰ ਸਾਹਿਬ ਦੀਆਂ ਇਹਨਾਂ ਤਸਵੀਰਾਂ ਨੂੰ ਵੇਖ ਕੇ ਲਗਾਇਆ ਜਾ ਸਕਦਾ ਹੈ, ਜਿੱਥੇ ਇਫਕੋ ਕਿਸਾਨ ਸੇਵਾ ਕੇਂਦਰ ਦੇ ਬਾਹਰ ਕਿਸਾਨਾਂ ਦਾ ਜਮਾਵੜਾ ਲੱਗਿਆ ਹੋਇਆ। ਸਵੇਰੇ ਤੜਕੇ ਤੋਂ ਹੀ ਲਾਈਨਾਂ ਦੇ ਵਿੱਚ ਲੱਗੇ ਕਿਸਾਨਾਂ ਨੂੰ ਖਾਦ ਨਹੀਂ ਮਿਲ ਰਹੀ। ਕਿਸਾਨਾਂ ਦਾ ਇਲਜ਼ਾਮ ਹੈ ਕਿ ਖਾਦ ਦੀ ਸਹੀ ਤਰੀਕੇ ਦੇ ਨਾਲ ਵੰਡ ਨਹੀਂ ਕੀਤੀ ਜਾ ਰਹੀ। ਕਿਸਾਨਾਂ ਨੂੰ ਖਾਦ ਦੇਣ ਦੀ ਥਾਂ ਇਸ ਦੀ ਕਾਲਾ ਬਾਜ਼ਾਰੀ ਹੋ ਰਹੀ ਹੈ। ਪਹਿਲਾਂ ਉਹਨਾਂ ਨੇ ਆਧਾਰ ਕਾਰਡ ਫੜ ਲਏ, ਉਸ ਤੋਂ ਬਾਅਦ ਨਾਂ ਲਿਖੀ ਗਏ, ਉਸ ਤੋਂ ਬਾਅਦ ਆਧਾਰ ਕਾਰਡ ਸੱਟ ਕੇ ਤੇ ਚਲੇ ਗਏ ਆ। ਕੋਈ ਡੀਏਪੀ ਨਹੀਂ ਮਿਲਦੀ, ਸਾਨੂੰ 10 ਦਿਨ ਹੋ ਗਏ ਇੱਥੇ ਤੁਰੇ ਫਿਰਦਿਆਂ ਨੂੰ ਜੀ। ਇੱਕ ਗੱਟਾ ਵੀ ਡੀਏਪੀ ਦਾ ਨਹੀਂ ਮਿਲਿਆ ਜੀ, ਕਣਕ ਬੀਜਣ ਨੂੰ ਬੈਠੇ ਆ ਜੀ। ਕਿੰਨੇ ਦਿਨ ਹੋ ਗਏ ਤੁਹਾਨੂੰ? ਸਾਨੂੰ 10-15 ਦਿਨ ਹੋ ਗਏ ਭਗਾਈ ਕਰਦਿਆਂ ਨੂੰ ਜੀ। ਅੱਜ ਤਾਂ ਇੱਕ ਗੱਟਾ ਵੀ ਡੀਏਪੀ ਦਾ ਨਹੀਂ ਮਿਲਿਆ ਸਾਨੂੰ। ਕਹਿਣਾ ਇਹੀ ਹੈ ਵੀ ਇਹ ਸਰਕਾਰ ਗੰਦੀ ਹੈ, ਕਿਸੇ ਨੇ ਸਾਡੀ ਗੱਲ ਨਹੀਂ ਸੁਣੀ, ਬਾਤ ਨਹੀਂ। ਓਰੀਜਨਲ ਵੀ ਸਾਡੇ ਲੈ ਕੇ ਚੱਕ ਕੇ ਇਹ ਆਧਾਰ ਕਾਰਡ ਕਿਉਂ ਸੜ ਗਏ? ਆਧਾਰ ਕਾਰਡ ਪੈਸੇ ਮੰਗਦਾ ਹੈ ਜੀ ਸਾਥੋਂ। ਕੌਣ ਪੈਸੇ ਮੰਗਦਾ ਜੀ? ਜਿਹੜਾ ਲਿਖਦਾ ਹੈ। ਉੱਥੇ ਰੋਪੜ ਦੇ ਵਿੱਚ ਵੀ ਕਿਸਾਨਾਂ ਨੂੰ ਖਾਦ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਂ ਰੋਪੜ ਦੀ ਗੱਲ ਕਰੀਏ ਤਾਂ ਸੁਸਾਇਟੀਆਂ ਦੇ ਵਿੱਚੋਂ ਡੀਏਪੀ ਖਾਦ ਕਿਸਾਨਾਂ ਨੂੰ ਨਹੀਂ ਮਿਲ ਰਹੀ। ਸਵੇਰੇ ਸ਼ਾਮ ਅਸੀਂ ਗੇੜੇ ਮਾਰ ਕੇ ਦੁਖੀ ਹੋਏ ਆ। 1200 ਰੁਪਏ ਦੀ ਮਹਿੰਗੀ ਕੀਮਤ ਦੇ ਕੇ ਵੀ ਡੀਏਪੀ ਖਾਦ ਦੀ ਪ੍ਰਾਪਤੀ ਨਹੀਂ ਹੋ ਰਹੀ। ਦੋਨਾਂ ਦੇ ਆਪਸ ਵਿੱਚ ਲੜਾਈ में ਇਹ ਆਮ ਕਿਸਾਨ ਜਿਹੜਾ ਹੈ ਉਹ ਪੀਸਿਆ ਜਾ ਰਿਹਾ ਹੈ। ਸੋ ਕਿ ਸਰਕਾਰਾਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਕਿ ਆਪਸੀ ਲੜਾਈ में ਆਮ ਪਬਲਿਕ ਦਾ ਨੁਕਸਾਨ ਨਾ ਕੀਤਾ ਜਾ ਸਕੇ। ਗੱਲ ਕਰੀਏ ਫਿਰੋਜ਼ਪੁਰ ਦੀ ਤਾਂ ਇੱਥੇ ਖਾਦ ਨਾ ਮਿਲਣ ਦੇ ਕਾਰਨ ਕਿਸਾਨਾਂ ਨੇ ਰੈਲੀ ਰੋਕ ਦਿੱਤੀ। ਇੱਥੇ ਦੇ ਪਿੰਡ ਮਾਲਵਾਲਾ 'ਚ ਹੁਸ਼ਿਆਰਪੁਰ ਜਾਣ ਵਾਲੀ ਟ੍ਰੇਨ ਦੇ ਅੱਗੇ ਪ੍ਰਦਰਸ਼ਨ ਕੀਤਾ ਗਿਆ ਤੇ ਪ੍ਰਸ਼ਾਸਨ ਦੇ ਵੱਲੋਂ ਡੀਏਪੀ ਖਾਦ ਦੇ ਰੈਕ ਲਵਾਉਣ ਦਾ ਭਰੋਸਾ ਦੇਣ ਮਗਰੋਂ ਕਿਸਾਨਾਂ ਨੇ ਰੇਲ ਨੂੰ ਜਾਣ ਦਿੱਤਾ। ਉਧਰ ਡੀਏਪੀ ਖਾਦ ਦੀ ਘਾਟ ਨੂੰ ਲੈ ਕੇ ਸਿਆਸਤ ਵੀ ਸ਼ੁਰੂ ਹੋ ਗਈ ਹੈ। ਨਿਊਜ਼ 18 ਦੇ ਨਾਲ ਗੱਲਬਾਤ ਕਰਦਿਆਂ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਕੇਂਦਰ ਤੇ ਪੰਜਾਬ ਦੇ ਨਾਲ ਮਤਰਿਆ ਸਲੂਕ ਕਰਨ ਦਾ ਇਲਜ਼ਾਮ ਲਗਾਇਆ ਹੈ। ਜਿਹਦੇ ਵਿੱਚੋਂ ਮੇਰੇ ਮਹਿਕਮੇ ਤੋਂ ਮੇਰੇ ਚਾਰਜ ਲੈਣ ਤੋਂ ਪਹਿਲਾਂ 1,99,000 ਮੈਟ੍ਰਿਕ ਟਨ ਪਹਿਲਾਂ ਪਹੁੰਚ ਚੁੱਕਿਆ ਸੀਗਾ ਔਰ ਬਾਅਦ 'ਚ 1,97,000 ਮੈਟ੍ਰਿਕ ਟਨ ਦਿੱਤਾ ਸੀਗਾ। ਲਗਭਗ ਬਾਕੀ ਸੂਬਿਆਂ ਨਾਲ ਜਦ ਅਸੀਂ ਕੰਪੈਰੀਜ਼ਨ ਕੀਤੀ ਉਦੋਂ ਮਹਿਸੂਸ ਕੀਤਾ ਤੇ ਕੇਂਦਰ ਸਰਕਾਰ ਦੇ ਵਜ਼ੀਰ ਸਾਹਿਬ ਨੂੰ ਅਸੀਂ ਜਾ ਕੇ ਮਿਲੇ ਤਾਂ ਮਹਿਸੂਸ ਕੀਤਾ ਗਿਆ ਸੀ ਕਿ ਸਰਕਾਰ ਕਿਉਂਕਿ ਕਾਂਗਰਸ ਦੀ ਹੈ, ਕਿਤੇ ਨਾ ਕਿਤੇ ਕੇਂਦਰ ਦੀ ਸਰਕਾਰ ਭਾਜਪਾ ਦੀ ਹੈ, ਕਿਤੇ ਨਾ ਕਿਤੇ ਇਹ ਸੁਤੇਲਾ ਵਿਵਾਦ ਪੰਜਾਬ ਸਰਕਾਰ ਨਾਲ ਕੀਤਾ ਜਾ ਰਿਹਾ। ਬਹਰਹਾਲ ਕਿਸਾਨਾਂ ਨੂੰ ਖਾਦ ਦੀ ਜ਼ਰੂਰਤ ਹੈ। ਵੇਖਣਾ ਇਹ ਹੋਵੇਗਾ ਕਿ ਆਖਿਰ ਕਿਸਾਨਾਂ ਨੂੰ ਕਦੋਂ ਤੱਕ ਖਾਦ ਮੁਹੱਈਆ ਕਰਵਾਈ ਜਾਂਦੀ ਹੈ। ਬਿਊਰੋ ਰਿਪੋਰਟ ਨਿਊਜ਼ 18 ਪੰਜਾਬ। ਰੁਕ ਰਹੇ ਖੋੜ ਛੋੜ ਜੇ ਬ੍ਰੇਕ ਲਈ ਵਾਪਸ ਆਵਾਂਗੇ ਕੁਝ ਹੋਰ ਖਬਰਾਂ ਦੇ ਨਾਲ।